SBS ਪੰਜਾਬੀ ਆਸਟ੍ਰੇਲੀਆ ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਦੀ ਸੇਵਾ 'ਚ ਲਹਿੰਦੇ ਪੰਜਾਬ ਤੋਂ ਮਸੂਦ ਮੱਲੀ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ ਪੇਸ਼ ਕਰਦਾ ਹੈ। ਕਬੂਲ ਕਰੋ। ਪੰਜਾਬੀ ਰੇਡੀਓ USA ਦੇ ਸਭ ਸਤਿਕਾਰਯੋਗ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਲਹਿੰਦੇ ਪੰਜਾਬ 'ਚ ਮੇਰੇ ਵੱਲੋਂ ਬੜਾ ਅਦਬ ਭਰਿਆ ਤੇ ਨਿੱਘਾ ਜਿਹਾ ਸਲਾਮ। ਆਪਣੇ ਸਾਰੇ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ, ਸਾਡੇ ਸਤਿਕਾਰਯੋਗ ਸਰੋਤੇ ਨੇ ਜਿਹੜੇ, ਉਹਨਾਂ ਨੂੰ ਦੱਸ ਜਾਈਏ ਕਿ ਅੱਜ ਦੀ ਇੱਕ ਖਾਸ ਮੁਲਾਕਾਤ ਲਹਿੰਦੇ ਪੰਜਾਬ ਤੋਂ ਇੱਕ ਮਹਾਨ ਲਿਖਾਰੀ ਜਿਨ੍ਹਾਂ ਦਾ ਕੰਮ ਹੈ ਉਹ ਬੋਲਦਾ ਹੈ, ਜਿਨ੍ਹਾਂ ਦੀਆਂ ਸੇਵਾਵਾਂ ਨੇ ਉਹ ਬੋਲਦੀਆਂ ਹਨ, ਜਿਨ੍ਹਾਂ ਨੇ ਆਪਣੇ ਕਲਮ ਦੇ ਜ਼ੋਰ ਦੇ ਨਾਲ ਜਿਹੜੇ ਅੱਖਰ ਅਲੀਕੇ, ਉਹ ਅੱਖਰ ਜਦੋਂ ਕੂਕੇ ਤੇ ਉਹਨਾਂ ਨੇ ਜੰਗਾਂ ਦੇ ਬਾਰੇ ਵਕਾਲਤ ਕੀਤੀ, ਉਹਨਾਂ ਨੇ ਫੌਜਾਂ ਦੀ ਮੁਖਾਲਫਤ ਕੀਤੀ, ਉਹਨਾਂ ਨੇ ਲੜਾਈ ਮਾਰ ਕੁਟਾਈ ਹੈ ਜਿਹੜੀ ਉਹਦੇ ਵਾਸਤੇ ਹਿੱਕ ਤਾਣੀ। ਸੋ ਅਮਨ ਦਾ, ਪੀਸ ਦਾ ਇੱਕ ਸਨਾਹ ਹੈ ਜਿਹੜਾ ਉਹ ਇਹਨਾਂ ਦੀਆਂ ਲਿਖਤਾਂ ਦੀ ਖੂਬੀ ਹੈ। ਜਿਹੜੀ ਵਜ੍ਹਾ ਸ਼ੋਹਰਤ ਇਹਨਾਂ ਦੀ ਹੈ ਉਹ ਤੇ ਬਤੌਰ ਲਿਖਾਰੀ, ਨਸਰ ਨਿਗਾਰ, ਸ਼ਾਇਰ ਦੇ ਤੌਰ ਤੇ ਹੈ, ਲੇਕਿਨ ਉਰਦੂ ਭਾਸ਼ਾ ਹੈ ਜਿਹੜੀ ਉਹਦੇ ਬਹੁਤ ਵੱਡੇ ਉਸਤਾਦ ਵੀ ਹਨ। ਇੱਕ ਲੰਮਾ ਪੈਂਡਾ ਹੈ ਇਹਨਾਂ ਦੀਆਂ ਸੇਵਾਵਾਂ ਦਾ, ਇਹਨਾਂ ਦੀਆਂ ਖਿਦਮਾਤ ਦਾ। ਅਗਰ ਮੈਂ ਇਹਨਾਂ ਦੀਆਂ ਉਹ ਸੇਵਾਵਾਂ, ਉਹ ਖਿਦਮਤਾਂ ਜਿਨ੍ਹਾਂ ਨੂੰ ਹਰ ਪੱਧਰ ਤੇ ਮਾਨਤਾ ਮਿਲੀ ਹੈ, ਉਹਦੇ ਵਿੱਚ ਸਦਾਰਤੀ ਐਵਾਰਡ ਹੈ ਜਿਹੜਾ ਪਾਕਿਸਤਾਨ 'ਚ 2016 ਦਾ ਅਮਨ ਦੇ ਵਾਸਤੇ, ਪੀਸ ਦੇ ਵਾਸਤੇ, ਉਹ ਇਹਨਾਂ ਦੇ ਕ੍ਰੈਡਿਟ 'ਚ ਹੈ। ਫਿਰ ਮੈਂ ਆਪਣੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਦੱਸ ਜਾਈਏ ਕਿ ਫਰੰਗ ਬਾਰਡੀ ਲਿਟਰੇਰੀ ਪ੍ਰਾਈਜ਼, ਮੈਂ ਡਾਕਟਰ ਸਾਹਿਬ ਮਾਫੀ ਚਾਹਾਂਗਾ ਅਗਰ ਕਿਤੇ ਗਲਤੀ ਹੋਵੇ ਤੇ ਉਹਦੀ ਦਰੁਸਤੀ ਵੀ ਜੀ ਠੀਕ ਹੈ। ਇਹ ਜੀ ਅਲਬਾਨੀਆ ਲੋ 2014 'ਚ ਮਿਲਿਆ। ਵਰਲਡ ਪੋਇਟਿਕ ਸਟਾਰ ਨੇ ਜਿਹੜੇ ਇਹ ਸਿਚਲੀ 'ਚੋਂ 2019 'ਚ ਮਿਲਿਆ। 2020 'ਚ ਉਜ਼ਬੇਕਿਸਤਾਨ ਵੱਲੋਂ ਆਨਰ ਪੋਇਟ ਆਫ ਪਾਕਿਸਤਾਨ, ਇਹ ਕ੍ਰੈਡਿਟ ਵੀ ਇਹਨਾਂ ਦੇ ਹਿੱਸੇ 'ਚ ਜਾਂਦਾ ਹੈ। ਅਵਾਰਡ ਤੋਂ ਪਹਿਲਾਂ ਵੀ ਇਹ ਮਾਨਤਾ ਇਹਨਾਂ ਕੋਲ ਮੌਜੂਦ ਹੈ। ਇੰਟਰਨੈਸ਼ਨਲ ਐਂਬੈਸਡਰ ਆਫ ਪੀਸ 2021, ਇਹ ਉਹ ਤਾਜ਼ਾ ਤਰੀਨ ਜਿਹਨੂੰ ਕਹਿੰਦੇ ਨੇ ਕਿ ਮਾਨਤਾ ਹੈ ਇੱਕ ਅਵਾਰਡ ਦੀ ਸ਼ਕਲ 'ਚ, ਜਿਹੜਾ ਵਰਲਡ ਲਿਟਰੇਰੀ ਫੋਰਮ ਫਾਰ ਪੀਸ ਐਂਡ ਹਿਊਮਨ ਰਾਈਟਸ ਵੱਲੋਂ ਇਹਨਾਂ ਨੂੰ ਮਿਲਿਆ। ਮੈਂ ਆਪਣੇ सुनने वाले रूबरू करा रहे हैं डॉक्टर जवास जाफरी होना दे। अस्सलाम वालेकुम प्रोफेसर साहब, की हाल है? वालेकुम अस्सलाम, बिल्कुल ठीक। तुसीं सुनाओ कैसे हो मल्ली साहब? मैं सर बिल्कुल वधिया चढ़दी कला च। ते ये दसो कि मामला जिंदगी दे हाल हालात ठीक चल रहे? मामलात तुहानूं पता ही है कि करोना ने की कीता है। मैनूं तां इंज लगदा है कि वो जिंदगी जिहड़ी लैके हुण तक असीं चलदे सी, मैनूं इंज लगदा जिवें कि वो किते गवाच ही गई है। और कल भी मैं किसी ने गल कर रहा सी कि ये बीमारी चली भी गई तो लगता बहुत सारा कुछ नाल ही लै जाएगी, बहुत सारियां आदतां बदल देणगियां। मेरा बड़ा दिल करता है मैं अपने छोटे पुत्र नूं चुम्मा, लेकिन मैनूं इंज लगता है कि हुण शायरी चों बोसा भी निकल गया है, जिवें जिंदगी चों भी बोसा निकल गया, मानका निकल गया। तुसीं आए हो ना तो किवें असीं कोणी दे नाल है ते मतलब सीने नाल सीना लाना, ये सारिया चीज़ां निकल गई ने तो जिंदगी मतलब, लेकिन यदा मतलब यह नहीं है जिंदगी करवटां बाहर लैंदी रहिंदी है तो सानू हर तब्दीली का साथ देना चाहिए। मैं समझना कि असीं जिहड़े इत्थे बैठे हैं ना, किन्नियां स्पीशीज़ सन, उन्हां दे विचों किन्नियां मिट गईयां ने, असीं क्यों मौजूद हाँ? इसलिए कि असीं हर तब्दीली नूं खुलियां बावां नाल कबूल कीता, असीं हर तब्दीली नूं गले लाया, असी हर इन्वायरमेंट विच ढल गए, असी हर खुराक जिहड़ी ਉਹਦੇ ਨਾਲ एडजस्ट कर गए हैं। तुसी देखो, अगर तुसी देखो कि जिन्ने जानदार ने उन्हां चों सब तो ज़्यादा जिहड़ी खुराक दी वैरायटी वो इंसानां दी है। कुछ भी साडे अगे रख दो असी वो खा लैंदे आ। तो ਇਹਦਾ मतलब है कि असी बहुत ज़्यादा फ्लैक्सीबिलिटी दिखाई है हिस्टरी विच, यानी जिहड़ा साडा एवोल्यूशन दे विच असी बहुत ज़्यादा फ्लैक्सीबिलिटी दिखाई, बहुत ज़्यादा असी ठंडा च जी लिया, धुप्पां च जी लिया, दरख्तां ते चढ़ के जी लिया, थल्ले उतर के जी लिया, गारां च जी लिया, शिकार खेले, किसान बने और इत्थे आ गए। मेरा ख्याल है कि असी ਇਹ ਵੇੜਾ ਜਿਹੜਾ ਹੈ ਮੁਸ਼ਕਿਲ ਸਾਡਾ ਇਹ ਵੀ ਕੱਢ ਲਵਾਂਗੇ ਔਰ ਇਨਸ਼ਾਅੱਲਾ ਨਿਕਲ ਜਾਏਗਾ ਇਨਸ਼ਾਅੱਲਾ। ਜੀ ਡਾਕਟਰ ਪ੍ਰੋਫੈਸਰ ਡਾਕਟਰ ਜਵਾਸ ਜਾਫਰੀ ਹੋਣਾ ਦੀ ਗੱਲਬਾਤ ਤੁਸੀਂ ਸੁਣੀ। ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਾ ਜਾਵਾਂ ਕਿ 22 ਤੋਂ ਵੱਧ ਉਰਦੂ ਕਿਤਾਬਾਂ, ਸ਼ਾਇਰੀ, ਨਸਰ, ਤਹਿਕੀਕ, ਖੋਜ ਦੀਆਂ ਨੇ ਜਿਹੜੀਆਂ ਉਹ ਇਹਨਾਂ ਨੇ ਲਿਖੀਆਂ। ਪੜ੍ਹਨ ਵਾਲੇ ਨੂੰ ਤਾਂ ਕਾਇਦਾ ਵੀ ਯਾਦ ਨਹੀਂ ਹੁੰਦਾ ਤੇ ਇਹਨਾਂ ਦੇ ਕੋਲ ਤੇ ਰੱਬ ਨੇ ਜਿਹੜਾ ਇਲਮ ਅਤਾ ਕੀਤਾ ਉਹਨੂੰ ਅੱਗੇ ਵਧਾਉਂਦਿਆਂ ਹੋਇਆਂ ਫਿਰ ਪੰਜਾਬੀ ਜ਼ੁਬਾਨ ਜਿਹੜੀ ਕਿ ਮਾਦਰੀ ਜ਼ੁਬਾਨ ਵੀ ਹੈ ਇਹਨਾਂ ਦੀ, ਜਿੱਥੇ ਬਾਬਾ ਗੁਰੂ ਨਾਨਕ ਹੋਣਾ ਨੇ ਆਪਣਾ ਲੰਗਰ ਸੱਚਾ ਸੌਦਾ ਕੀਤਾ, ਉੱਥੇ ਦਾ ਜਨਮ ਹੋਵੇ ਤੇ ਫਿਰ ਕੋਈ ਨਾ ਕੋਈ ਸ਼ੈ ਮਿੱਟੀ 'ਚ ਤਾਸੀਰ ਬਣ ਕੇ ਤੇ ਮਿਲਦੀ ਹੀ ਹੈ। ਸੋ 3 ਕਿਤਾਬਾਂ ਪੰਜਾਬੀ ਭਾਸ਼ਾ 'ਚ ਨੇ। ਫਿਰ PhD ਸਕਾਲਰ ਨੇ ਔਰ ਇਹਨਾਂ ਦੀ ਜਿਹੜੀ ਖੋਜ ਪਰਖ ਸੀ ਉਹ ਉਰਦੂ ਅਦਬ यूरोप और अमरीका में इन्होंने काम किया। वो भी आज इंटरव्यू से गलबात करांगे तो खाक से उठने वाला फन ये असीं गल करांगे कि केड़ा फन का मौजू है जिहदे इन्होंने कलम लिखिया और फिर उस खेतर चों भरवां झाड़ आ जिहड़ा वो लिया। वड्डी गल यह है कि डॉक्टर साहब के लिखे हुए गीत ने जिहड़े वो
ਪਾਕਿਸਤਾਨ ਦੇ ਅਗਰ ਗਾਇਕਾਂ ਦੀ ਗੱਲ ਕਰੀਏ, ਲਹਿੰਦੇ ਪੰਜਾਬ ਦੇ ਗਾਇਕਾਂ ਦੀ ਗੱਲ ਕਰੀਏ ਤੇ ਮਲਕਾ ਤਰਨੁਮ ਨੂਰ ਜਹਾਂ ਔਰ ਉਸਤਾਦ ਮਹਿਦੀ ਹਸਨ ਖਾਨ ਹੋਣੇ ਨੇ ਜਿਹੜੇ, ਉਹਨਾਂ ਤੋਂ ਅੱਡ ਸ਼ਾਇਦ ਹੀ ਕੋਈ ਗਾਇਕ ਹੋਵੇ। ਸੁਰ ਦੇ ਸ਼ਾਹ ਕਲੋਂ ਨੁਸਰਤ ਫਤਿਹ ਅਲੀ ਖਾਨ ਹੋਣੇ ਨੇ ਜਿਹੜੇ, ਉਹਨਾਂ ਨੇ ਵੀ ਇਹਨਾਂ ਦਾ ਕਲਾਮ ਹੈ ਜਿਹੜਾ ਉਹ ਗਾਇਆ। ਡਾਕਟਰ ਸਾਹਿਬ, ਇੰਨੀਆਂ ਕਾਮਯਾਬੀਆਂ, ਇੰਨੀ ਭਰੀ ਝੋਲੀ, ਇੰਨੀ ਰੱਬ ਦੀ ਅਤਾ, ਕਦੀ ਕੋਈ ਅੰਦਰੋਂ ਵੀ ਸਵਾਲ ਉੱਠਿਆ ਕਿ ਯਾਰ ਜਿਹੜੀ ਸ਼ੈ ਨੂੰ ਹੱਥ ਲਾਉਣ ਡਿਆ ਪਾਰਸ ਬਣਨ ਡਿਆ? ਬਸ ਮੇਰਾ ਖਿਆਲ ਹੈ ਕਿ ਕੋਈ ਤੁਹਾਡੇ ਜੈਸੇ ਦੋਸਤਾਂ ਦੇ, ਮਾਂ-ਬਾਪ ਦੇ, ਔਰ ਮੈਂ ਇਹਦਾ ਟ੍ਰਿਬਿਊਟ ਆਪਣੇ ਉਸਤਾਦਾਂ ਨੂੰ ਕਰਨਾ ਚਾਹੁੰਦਾ ਕਿ ਉਹ ਉਸਤਾਦ ਜਿਨ੍ਹਾਂ ਨੇ ਸਾਡਾ ਮੁੱਢ ਰੱਖਿਆ, ਸਾਡੀ ਤਰਬੀਅਤ ਕੀਤੀ, ਗਰੂਮ ਕੀਤਾ। ਮੈਂ ਆਪਣੇ ਮਾਂ-ਬਾਪ ਤੋਂ ਵੀ ਜ਼ਿਆਦਾ ਆਪਣੇ ਉਸਤਾਦਾਂ ਦਾ ਇਹਤਰਾਮ ਕਰਨਾ। ਔਰ ਯਕੀਨ ਕਰੋ ਕਿ ਮੈਂ ਇੱਕ ਵਾਰੀ ਇੱਕ ਜਨਾਜ਼ਾ ਪੜ੍ਹਨ ਗਿਆ ਤੇ ਉੱਥੇ ਮੈਂ ਅੱਧੀ ਰਾਤ ਸੀ, ਕੋਈ 12 ਵਜੇ ਜਨਾਜ਼ਾ ਹੋਇਆ। ਮੈਂ ਉੱਥੇ ਲੋਕਾਂ ਨੂੰ ਦਰਖਾਸਤ ਕੀਤੀ ਕਿ ਕੋਈ ਮੈਨੂੰ ਇੱਥੇ ਮੇਰੇ ਉਸਤਾਦ ਦੀ ਕਬਰ ਤੇ ਲੈ ਜਾਏ, ਔਰ ਮੈਂ ਉੱਥੇ ਠੋਕਰਾਂ ਖਾਂਦਾ। ਬਿਲਾਖਰ ਮੈਂ ਉਹ ਕਬਰ ਲੱਭੀ ਔਰ ਮੈਂ ਉੱਥੇ ਜਾ ਕੇ ਤੇ ਫਾਤਿਹਾ ਖਾਨੀ ਕੀਤੀ, ਔਰ ਮੈਂ ਕਿਹਾ ਕਿ ਅਗਰ ਇਹ ਨਾ ਹੁੰਦੇ ਤੇ ਮੈਂ ਵੀ ਨਾ ਹੁੰਦਾ। ਔਰ ਮੈਂ ਸਮਝਣਾ ਕਿ ਮੇਰੇ ਉਸਤਾਦਾਂ ਦੀ, ਮੇਰੀ ਮਾਂ ਨੂੰ ਬਹੁਤ ਖਾਹਿਸ਼ ਸੀ ਮੇਰੀ ਮਾਂ ਦੀ ਕਿ ਮੇਰੇ ਬੱਚੇ ਪੜ੍ਹਨ, ਔਰ ਮਾਂ ਨੂੰ ਖੁਸ਼ ਕਰਨ ਵਾਸਤੇ ਹੀ ਸਾਰੇ ਕੰਮ ਕੀਤੇ ਨੇ। ਕਿਆ ਬਾਤ ਹੈ, ਇੱਕ ਸੀਸ ਇੱਕ ਦੁਆ ਇਸ ਕੰਮ 'ਚ ਰਲ ਗਈ। ਡਾਕਟਰ ਸਾਹਿਬ, ਆਪਣੇ ਪਿਛੋਕੜ ਬਾਰੇ ਦੱਸੋ। ਜੰਮਪਲ ਕਿੱਥੋਂ ਦੀ, ਗੋਲੀ ਪਿੱਲਾਂ ਕਿੱਥੇ ਖੇਡੇ, ਕਿੱਥੇ ਯਾਰਾਂ ਬੇਲੀਆਂ ਸੰਗੀਆਂ ਦੇ ਨਾਲ ਗੁੱਲੀ ਡੰਡਾ, ਬਾਂਦਰ ਕਿਲਾ, ਔਰ ਗਰਮੀਆਂ ਦੇ ਦਿਨਾਂ 'ਚ ਟੂਵਲ ਤੇ ਸੂਇਆਂ ਤੇ ਨਹਿਰਾਂ ਤੇ ਨਹਾਤੇ, ਉਹ ਰਚਨਾ ਸੀਗੀ ਜਿਹੜੀ ਹੁਣ ਗਵਾਚ ਗਈ, ਉਸ ਬਾਰੇ ਜ਼ਰਾ ਚਾਨਣ ਕਰਾਓ। ਮੈਂ ਚਾਹੁੰਦਾ ਕਿ ਉਹ ਸਾਰੇ ਮੰਜ਼ਰ ਇੱਕ ਵਾਰ ਫਿਰ ਨਤਾਰ ਕੇ ਸਾਹਮਣੇ ਲੈ ਆਓ। ਥੈਂਕ ਯੂ ਵੈਰੀ ਮਚ। ਮੇਰਾ ਜਿਹੜਾ ਪੈਦਾਇਸ਼ ਹੈ ਮੇਰੀ, ਉਹ ਇੱਕ ਸ਼ਹਿਰ ਹੈ ਟੋਬਾ ਟੇਕ ਸਿੰਘ। ਮੇਰੀ ਮਾਂ ਜਿਹੜੇ ਸਨ ਉਹ ਉੱਥੋਂ ਦੇ ਸਨ। ਵੈਸੇ ਤਾਂ ਮੇਰੀ ਮਾਂ ਸੀ ਉਧਰਲੇ ਪੰਜਾਬ 'ਚ ਇੱਕ ਪਿੰਡ ਹੈ ਔਜਲੇ, ਔਜਲਿਆਂ ਦੀ ਸੀ ਮੇਰੀ ਮਾਂ। ਤੇ 5-7 ਸਾਲ ਦੀ ਸੀ ਮੇਰੀ ਮਾਂ ਜਦੋਂ ਉਜਾੜੇ ਪਏ ਔਰ ਪਾਰਟੀਸ਼ਨ ਹੋਈ ਤੇ ਉਹ ਇੱਧਰ ਆਏ। ਤੇ ਉਹ ਫਿਰ ਟੋਬਾ ਟੇਕ ਸਿੰਘ ਦੇ ਕੋਲ ਪਤਾ ਨਹੀਂ ਕੀ ਜਿੱਥੇ ਜਿਹਦਾ ਮੂੰਹ ਸਿਰ ਆਇਆ ਉੱਧਰ ਚਲੇ ਗਏ ਲੋਕ, ਤੇ ਉੱਥੇ ਕੋਈ ਕਰੀਬ ਪਿੰਡ ਹੈ, ਉੱਥੇ ਦਾ ਮੈਂ ਜੰਮ ਪਾਲਾ। ਮੇਰਾ ਬਚਪਨ ਜਿਹੜਾ ਹੈ ਉਹ ਜਿਹੜੇ ਜ਼ਮਾਨੇ ਨੇ ਬਹੁਤ ਛੋਟੀ ਉਮਰ ਦੇ 5-7 ਸਾਲ ਤੱਕ ਦੇ, ਉਹ ਉੱਥੇ ਹੀ ਗੁਜ਼ਰੇ। ਤੇ ਉਹ ਬੜੇ ਅੱਛੇ ਦਿਨ ਸਨ। ਉੱਥੇ ਹੀ ਇਹ ਸਾਰੇ ਜਿਹੜੇ ਤੁਸੀਂ ਗੁੱਲੀ ਡੰਡੇ, ਪਿੱਲੇ ਗੋਲੀ ਔਰ ਤਾਸ਼ ਦੇ ਜਿਹੜੇ ਪੱਤੇ ਰੱਖ ਕੇ ਉਹ ਦਾਇਰੇ ਦੇ ਅੰਦਰ ਤੇ ਵੱਟੇ ਦੇ ਨਾਲ ਉਹਨੂੰ ਕੱਢਦੇ ਸਾਂ। ਅੱਛਾ, ਉਹ ਕੀ ਇੱਕ ਚੂਈ ਚਰਾਂਗਲ ਵੀ ਹੁੰਦੀ ਸੀ, ਹੈ ਨਾ? ਹਾਂ, ਉਸ ਖਿੱਦੋਗੋਨੇ ਸਾਰਾ ਕੁਝ ਉੱਤੇ ਅਸੀਂ ਖੇਡਦੇ ਸੀ। ਲੇਕਿਨ ਫਿਰ ਇੱਥੇ ਸਾਡੇ ਮਤਲਬ ਵਾਲਿਦ ਸਾਹਿਬ ਦੀ ਕੋਈ ਥੋੜੀ, ਸਾਡੇ ਵਾਲਿਦ ਸਨ ਸ਼ੇਖੂਪੁਰੇ ਦੇ ਜੰਮਪਲ ਸਨ, ਵਸਨੀਕ ਸਨ। ਤੇ ਇਹ ਸਾਡਾ ਇਹ ਜਿਹੜਾ ਚੂੜਕਾਣਾ ਜਿਹਨੂੰ ਅਸੀਂ ਕਹਿੰਦੇ ਆ, ਔਰ ਅੱਜ ਕੱਲ੍ਹ ਉਹਦਾ ਨਾਂ ਜਿਹੜਾ ਫਾਰੂਕਾਬਾਦ ਹੈਗਾ। ਤੇ ਠੀਕ ਹੈ ਨਾ, ਅਸੀਂ ਤੇ ਫਿਰ ਕੋਸ਼ਿਸ਼ ਕਰਨੇ ਆ ਕਿ ਫਾਰੂਕਾਬਾਦ ਵੀ ਕਹੀਏ, ਲੇਕਿਨ ਅਸੀਂ ਚੂੜਕਾਣਾ ਵੀ ਜ਼ਰੂਰ ਕਹਿੰਦੇ ਆ। ਸਾਡੇ ਜਿਹੜੇ ਪਾਕਿਸਤਾਨ ਤੋਂ ਬਾਹਰ ਸੁਣਨ ਵਾਲੇ ਔਰ ਦੇਖਣ ਵਾਲੇ ਦਰਸ਼ਕ ਹਨ, ਉਹ ਜਾਣਦੇ ਹੀ ਇਸ ਨਾਂ ਨੂੰ ਹਨ। ਉਹਦੀ ਵਜ੍ਹਾ ਕਿ ਬਈ ਜਿਹਨੂੰ ਬਹੁਤ ਸ਼ੌਕ ਹੈ ਕਿ ਉਹ ਫਾਰੂਕਾਬਾਦ ਰੱਖੇ, ਨਾ ਉਹਨੂੰ ਚਾਹੀਦਾ ਕਿ ਉਹ ਫਾਰੂਕ ਆਜ਼ਮ ਦੇ ਨਾਂ ਤੇ ਇੱਕ ਨਵਾਂ ਸ਼ਹਿਰ ਕਿਉਂ ਨਾ ਬਣਾਏ। ਹੈ इकबाल कहता करेंगे अहले नज़र ताज़ा बस्तियाँ आबाद, मेरी निगाह नहीं सूए कूफा व बगदाद। तो ये जड़ा कूफा और बगदाद के नवे नाम रखने तो बेहतर है कि नवा शहर वसाया जाए। तो एक परा करके सच्चे सौदे तो परा करके एक नवा शहर बना ना, ਉਹਦਾ ਨਾਂ ਰੱਖਣ ਫਾਰੂਕਾਬਾਦ। ਤੇ ਇਹ ਚੂੜਕਾਣੇ ਰਹਿਣ ਦੇ, ਠੀਕ ਹੈ ਨਾ। ਤੇ ਫਿਰ ਇੱਥੇ ਸਾਡੀ ਥੋੜੀ ਜੀ ਜ਼ਮੀਨ ਹੈ ਚੂੜਕਾਣੇ 'ਚ, ਜੰਮ ਮਤਲਬ ਜਿਹੜੇ ਕੋਈ ਸਾਡਾ ਤਾਲੀਮ ਵਗੈਰਾ ਜਿਹੜੀ ਉਹ ਇੱਥੇ ਹੋਈ ਹੈ। ਮੈਂ ਗਵਰਨਮੈਂਟ ਕਾਲਜ ਫੈਸਲਾਬਾਦ ਆਪਣਾ ਸ਼ੇਖੂਪੁਰਾ 'ਚ ਪੜ੍ਹਿਆ। ਮੈਂ ਉੱਥੋਂ ਦਾ ਰੋਲ ਆਫ ਆਨਰ ਲਿਆ ਹੋਇਆ, ਠੀਕ ਹੈ। ਤੇ ਉੱਥੇ ਮਤਲਬ ਜਿਹੜਾ ਜ਼ਮਾਨਾ ਤਾਲਿਬ ਇਲਮੀ ਹੈ, ਉੱਥੇ ਹੀ ਮਤਲਬ ਸਾਨੂੰ ਲੋਕਾਂ ਨੇ ਉਹ ਉਸਤਾਦ ਮਿਲੇ ਜਿਨ੍ਹਾਂ ਨੇ ਸਾਨੂੰ ਗਰੂਮ ਕੀਤਾ, ਲਿਟਰੇਚਰ ਲਈ ਤਿਆਰ ਕੀਤਾ। ਤੇ ਉਹਨਾਂ ਦੇ ਵਿੱਚ ਅਸਗਰ ਨਦੀਮ ਸੈਯਦ ਵਗੈਰਾ ਉੱਥੇ ਸਾਨੂੰ ਉਸ ਜ਼ਮਾਨੇ 'ਚ, ਅਕੀਲ ਰੂਬੀ, ਉਹ ਜਿਨ੍ਹਾਂ ਨੇ ਮਤਲਬ ਚੂੜੀਆਂ ਦੇ ਗੀਤ ਲਿਖੇ ਨੇ, ਔਰ ਬਹੁਤ ਸਾਰੀਆਂ ਫਿਲਮਾਂ ਦੇ ਸਕ੍ਰਿਪਟ ਔਰ ਗੀਤ ਲਿਖਦੇ ਸਨ, ਔਰ ਨੁਸਰਤ ਨੇ ਬਹੁਤ ਗਾਇਆ ਉਹਨਾਂ ਨੂੰ। ਇਹ ਸਾਰੇ ਲੋਕ ਉੱਥੇ ਹੁੰਦੇ ਸਨ ਤੇ ਅਸੀਂ ਵੀ ਉੱਥੇ ਮੌਜੂਦ ਸੀ। ਉਸ ਜ਼ਮਾਨੇ 'ਚ ਸਾਨੂੰ ਇਹਨਾਂ ਨਾਲ ਵੇਖ ਕੇ ਹੀ ਲਿਖਣ ਪੜ੍ਹਨ ਦੇ ਠਰਕ ਲੱਗੇ। ਹਾਂ, ਤੇ ਕਿਉਂਕਿ ਇਹ ਕੋਈ ਸਾਨੂੰ ਟਾਈਮ ਵਾਈਮ ਨਹੀਂ ਸੀ ਇਹਨਾਂ ਦਿੰਦੇ। ਲੇਕਿਨ ਮੈਂ ਇੱਕ ਗੱਲ ਹਮੇਸ਼ਾ ਕਰਨਾ ਕਿ ਇਹਨਾਂ ਦੀ ਮੌਜੂਦਗੀ ਹੀ ਜਿਹੜੀ ਹੈ ਨਾ, ਉਹ ਹੀ ਸਾਡੇ ਵਾਸਤੇ ਇੰਨਾ ਸੋਰਸ ਆਫ ਇਨਸਪੀਰੇਸ਼ਨ ਹੈਗਾ ਸੀ ਕਿ ਸਾਡੇ ਕੋਲ ਅਸਗਰ ਨਦੀਮ ਸੈਯਦ ਮੌਜੂਦ ਹੈ, ਜਾਂ ਸਾਡੇ ਕੋਲ ਅਹਿਮਦ ਅਕੀਲ ਰੂਬੀ ਮੌਜੂਦ ਹੈ,
ਔਰ ਅਸੀਂ ਇਹਨਾਂ ਦੇ ਅਹਿਦ ਵਿੱਚ ਇੱਥੇ ਪੜ੍ਹ ਰਹੇ ਆ। ਇਹ ਗੱਲਾਂ ਜਿਹੜੀਆਂ ਸਨ ਇੰਨੇ ਨਾਲ ਹੀ ਅਸੀਂ ਹਵਾਵਾਂ 'ਚ ਉੱਡਦੇ ਫਿਰਦੇ ਸੀ। ਬਹਰਹਾਲ ਬਹੁਤ ਚੰਗੇ ਦਿਨ ਸਨ ਔਰ ਉਸ ਜ਼ਮਾਨੇ ਦੇ ਜਿਹੜੇ ਸਟੂਡੈਂਟ ਸਨ ਉਹ ਬਾਅਦ ਦੇ ਵਿੱਚ ਹੁਣ ਇਸ ਵੇਲੇ ਵੱਡੇ ਨਾਂ ਸ਼ੁਮਾਰ ਹੁੰਦੇ ਨੇ ਲਿਟਰੇਚਰ ਦੇ। ਤੇ ਫਿਰ ਉਸ ਤੋਂ ਬਾਅਦ ਮੈਂ ਐਮਏ ਕਰਨ ਆਇਆ ਇੱਥੇ ਪੰਜਾਬ ਯੂਨੀਵਰਸਿਟੀ ਚੋਂ ਮੈਂ ਐਮਏ ਕੀਤਾ। ਫਿਰ ਮੈਂ ਪੀਐਚਡੀ ਵੀ ਇੱਥੋਂ ਹੀ ਕੀਤੀ ਹੈ ਉਰਦੂ ਲਿਟरेचर उर्दू अदब यूरोप और अमेरिका में। तो इस मौजू पर पीएचडी की थी। फिर मेरी पोस्टिंग हो गई है, मैं कुछ अरसा जेलम रहा। तो इस वेले मैं फुल प्रोफैसर के तौर पर इत्थे हैड ऑफ डिपार्टमेंट हाँ गवर्नमेंट ग्रेजुएट कॉलेज ऑफ साइंस लाहौर च। क्या बात है डॉक्टर साहब, बड़ा लम्मा पैंडा फारवर्ड ਤੇ ਜਿੱਦਾਂ ਇੱਕ ਫਿਲਮ ਚਲਾਈ ਦੀ ਹੈ ਉਹਦੇ ਤੁਸੀਂ ਸਾਰਾ ਬਿਆਨ ਕਰ ਦਿੱਤਾ। ਪੰਜਾਬੀ ਲਿਖਤਾਂ ਦੇ ਵਿੱਚੋਂ ਪਹਿਲਾਂ ਤਾਂ ਕੋਈ ਆਪਣੀ ਸ਼ਾਇਰੀ ਸਾਂਝੀ ਕਰੋ, ਫਿਰ ਮੇਰੇ ਜਿਹੜੇ ਸਵਾਲ ਮੇਰੇ ਕੋਲ ਵੀਣੀ ਚੜਾ ਕੇ ਨੱਸਣਾ ਚਾਹੁੰਦੇ ਨੇ ਉਹਨਾਂ ਦੇ ਵਿੱਚੋਂ ਕੁਝ ਕਾਲੇ ਨੇ ਜਿਹੜੇ ਉਹ ਮੈਂ ਤੁਹਾਡੇ ਅੱਗੇ ਧਰਨਾ ਹੈ ਔਰ ਮੈਂ ਚਾਹੁੰਦਾ ਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਵਾਸਤੇ ਤੁਸੀਂ ਕੋਈ ਹਕੀਕਤਾਂ ਜਿਹੜੀਆਂ ਉਹ ਬਿਆਨ ਕਰੋ ਜੀ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਕਸ਼ਮੀਰ ਸਾਡਾ ਬੜਾ ਅਹਿਮ ਇਸ਼ੂ ਚੱਲ ਰਿਹਾ ਔਰ ਕਸ਼ਮੀਰ ਮੈਂ ਅਫਸੋਸ ਦੇ ਨਾਲ ਕਹਾਂਗਾ ਕਿ ਜਿਵੇਂ ਦੂਰ ਦੇ ਬਾਜ਼ ਖਿੱਤਿਆਂ ਨੇ ਸਾਡੇ ਲਿਖਣ ਵਾਲਿਆਂ ਨੂੰ ਜ਼ਿਆਦਾ ਮੁਤਾਸਰ ਕੀਤਾ ਹੈ, ਲੇਕਿਨ ਸਾਡੇ ਆਪਣੇ ਗਵਾਂਢ ਦੇ ਵਿੱਚ ਸਾਡੇ ਆਪਣੇ ਖਿੱਤੇ ਦੇ ਵਿੱਚ ਜਿਹੜਾ ਜ਼ੁਲਮ ਹੋ ਰਿਹਾ, ਜ਼ਿਆਦਤੀ ਹੋ ਰਹੀ ਹੈ, ਉਹਦੇ ਲਈ ਸ਼ਾਇਰਾਂ ਨੇ ਕੁਝ ਜ਼ਿਆਦਾ ਤਵੱਜੋ ਨਹੀਂ ਦਿੱਤੀ। ਲੇਕਿਨ ਮੈਂ ਬਹਰਹਾਲ ਸ੍ਰੀਨਗਰ ਲਈ ਇੱਕ ਨਜ਼ਮ ਜਿਹੜੀ ਹੈ ਕੀ ਬਾਤ ਹੈ ਕਰਨਾ, ਸ੍ਰੀਨਗਰ ਦੇ ਲੋਕਾਂ ਦੀ ਨਜ਼ਰ ਖਾਸ ਤੌਰ ਤੇ। ਹਰੀਆਂ ਝੀਲਾਂ ਸਾਡੇ ਹੰਸਾਂ ਲਈ ਮਰ ਗਈਆਂ ਤੇ ਕਾਫਲੇ ਰਾਵਾਂ ਦੀ ਧੂੜ ਹੋ ਗਏ। ਕੀ ਬਾਤ ਹੈ। ਹਰੀਆਂ ਝੀਲਾਂ ਸਾਡੇ ਹੰਸਾਂ ਲਈ ਮਰ ਗਈਆਂ ਤੇ ਕਾਫਲੇ ਰਾਵਾਂ ਦੀ ਧੂੜ ਹੋ ਗਏ। ਹਥਿਆਰਾਂ ਸਾਨੂੰ ਆਪਣੇ ਹਾਣ ਦੇ ਪਹਾੜਾਂ ਦੇ ਡੱਕਰੇ ਹੁੰਦੇ ਵੇਖ ਕੇ ਹਥਿਆਰਾਂ ਸਾਵੇਂ ਆਪਣੇ ਹਾਣ ਦੇ ਪਹਾੜਾਂ ਦੇ ਡੱਕਰੇ ਹੁੰਦੇ ਵੇਖ ਕੇ ਅਸਾਂ ਆਪਣੇ ਹਾਣੀ ਪਹਾੜਾਂ ਦੇ ਭੋਰੇ ਬੋਝੇ ਪਾ ਲਏ। ਕੀ ਬਾਤ। ਅਸੀਂ ਆਪਣੇ ਹਾਣੀ ਪਹਾੜਾਂ ਦੇ ਭੋਰੇ ਬੋਝੇ ਪਾ ਲਏ। ਸਾਡੇ ਵਸੇਬ ਨੂੰ ਚੁੱਪ ਦੀ ਆਵਾਜ਼ ਖਾ ਗਈ। ਸਾਡੀਆਂ ਅੱਖਾਂ ਸਾਹਵੇਂ ਸਾਡਾ ਸ਼ਹਿਰ ਸੜਦਾ ਵੇਖ ਕੇ ਨੀਲੇ ਅੰਬਰ ਆਪਣੇ ਮੂੰਹ ਤੇ ਕਾਲਕ ਮਲ ਲਈ। ਅੱਤ ਹਨੇਰ ਸਾਡੀ ਅੱਖ ਵਿੱਚ ਕੱਜਲ ਲਾਇਆ, ਅੱਤ ਹਨੇਰ ਸਾਡੀ ਅੱਖ ਵਿੱਚ ਕੱਜਲ ਲਾਇਆ ਤੇ ਸਾਡੀਆਂ ਕੂੰਜਾਂ ਦੀਆਂ ਡਾਰਾਂ ਤਿੱਤਰ ਹੋ ਗਈਆਂ। ਅਸਾਂ ਵਰਿਆਂ ਬਾਦੋਂ ਆਪਣੇ ਸ਼ਹਿਰ ਪਰਤੇ, ਅਸਾਂ ਵਰਿਆਂ ਬਾਝੋਂ ਆਪਣੇ ਸ਼ਹਿਰ ਪਰਤੇ, ਹੁਣੀ ਸਾਨੂੰ ਵੇਖ ਕੇ ਹੱਸੀ ਤੇ ਸਾਡੇ ਲਵੇ ਰੁੱਖਾਂ ਨੂੰ ਸੋਕੜੇ ਦਾ ਰੋਗ ਲੱਗ ਗਿਆ। ਕੀ ਬਾਤ ਹੈ, ਬਹੁਤ ਸੋਹਣਾ। ਹੋਣੀ ਦੇ ਭੌ ਨਾਲ ਸਾਡੀਆਂ ਫਸਲਾਂ ਦਾ ਝਾੜ ਘਟ ਗਿਆ, ਹੋਣੀ ਦੇ ਭੌ ਨਾਲ ਸਾਡੀਆਂ ਫਸਲਾਂ ਦਾ ਝਾੜ ਘਟ ਗਿਆ ਤੇ ਉਗਾਊ ਭੋਏ ਰੱਕੜ ਹੋ ਗਈ। ਅਸਾਂ ਸਖਣੇ ਅੰਬਰ ਤੇ ਆਪਣੇ ਕੁਰਲਾਟ ਉਲੀਕੇ ਤੇ ਜਗ ਵੱਲ ਕੰਡ ਕਰ ਲਈ। ਅਸਾਂ ਸਖਣੇ ਅੰਬਰ ਤੇ ਆਪਣੇ ਕੁਰਲਾਟ ਉਲੀਕੇ ਤੇ ਜਗ ਵੱਲ ਕੰਡ ਕਰ ਲਈ। ਸਾਡੀ ਅੱਖ ਸਾਰੀ ਹਯਾਤੀ ਹਨੇਰੇ ਨਾਲ ਸਿੱਧੀ ਤੰਦ ਨਾ ਪਾਈ।